ਸਮੂਹ ਦਰਸ਼ਕ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਦਰਸ਼ਕ ਵੀਰੋ, ਅਸੀਂ ਅੱਜ ਪਿੰਗਰਵਾੜਾ ਫਾਰਮ ਦੇ ਉੱਤੇ ਇਕੱਠੇ ਹੋਏ ਹਾਂ। ਭਗਤ ਪੂਰਨ ਸਿੰਘ ਜੀ ਕੁਦਰਤੀ ਖੇਤੀ ਫਾਰਮ। ਇੱਥੇ 2006 ਤੋਂ ਬੜੇ ਨਿਵੇਕਲੀ ਵਿਧੀ ਦੇ ਨਾਲ ਖੇਤੀ ਜਿਹੜੀ ਕੀਤੀ ਜਾਂਦੀ ਹੈ, ਜਿੱਥੇ ਕੋਈ ਫਰਟੀਲਾਈਜ਼ਰ, ਕੋਈ ਵੀ ਜ਼ਹਿਰੀਲੀ ਪੈਸਟੀਸਾਈਡ, ਇਨਸੈਕਟੀਸਾਈਡ ਜਿਹੜੀ ਆ ਉਹ ਨਹੀਂ ਪਾਈ ਜਾਂਦੀ ਔਰ ਨੈਚੁਰਲ ਸਿਸਟਮ ਦੇ ਨਾਲ ਸਾਰੀ ਖੇਤੀ ਜਿਹੜੀ ਆ ਕੀਤੀ ਜਾਂਦੀ ਆ। ਭਗਤ ਪੂਰਨ ਸਿੰਘ ਜੀ ਤੁਸੀਂ ਸਾਰੇ ਜਾਣਦੇ ਹੋ ਕਿ ਪਵਨ ਗੁਰੂ, ਪਾਣੀ ਪਿਤਾ, ਮਾਤਾ ਧਰਤ ਮਹੱਤ। ਗੁਰੂ ਸਾਹਿਬ ਦੇ ਉਪਦੇਸ਼ ਤੇ ਭਗਤ ਜੀ ਨੇ ਆਪਣੀ ਸਾਰੀ ਉਮਰ ਮਰੀਜ਼ਾਂ ਨੂੰ ਸੰਭਾਲਿਆ, ਉਹਨਾਂ ਦੀ ਸੇਵਾ ਕੀਤੀ। ਨਾਲ ਨਾਲ ਉਹਨਾਂ ਨੇ ਧਰਤੀ ਨੂੰ ਜ਼ਹਿਰੀਲੀ ਹੋਣ ਤੋਂ ਬਚਾਉਣ ਤੇ ਪਾਣੀ ਜਿਹੜਾ ਸਾਡਾ ਸੀ ਇਹ ਦੂਰ ਜਾ ਰਿਹਾ, ਖਤਮ ਹੋਣ ਵਾਲੇ ਪਾਸੇ ਜਾ ਰਿਹਾ, ਇਹਨੂੰ ਬਚਾਉਣ ਵਾਸਤੇ ਕੰਮ ਕੀਤਾ ਔਰ ਹਵਾ ਨੂੰ ਪ੍ਰਦੂਸ਼ਿਤ ਹੋਣ ਵਾਸਤੇ ਉਹਨਾਂ ਰੁੱਖਾਂ ਦੇ ਉੱਤੇ ਬਹੁਤ ਕੰਮ ਕੀਤਾ ਕਿ ਰੁੱਖ ਹੈ ਮਨੁੱਖ ਹੈ, ਰੁੱਖ ਨਹੀਂ ਮਨੁੱਖ ਨਹੀਂ। ਸੋ ਬੀਬੀ ਜੀ ਨੇ ਉਸ ਵਿਸ਼ੇ ਨੂੰ ਅੱਗੇ ਵਧਾਉਂਦਿਆਂ ਹੋਇਆਂ, ਭਗਤ ਜੀ ਦੇ ਉਪਦੇਸ਼ ਨੂੰ ਅੱਗੇ ਵਧਾਉਂਦਿਆਂ ਹੋਇਆਂ ਬਹੁਤ ਸਾਰਾ ਕੰਮ ਕੀਤਾ। ਲਿਟਰੇਚਰ ਭਗਤ ਜੀ ਛਾਪ ਕੇ ਵੰਡਦੇ ਰਹੇ। ਬੀਬੀ ਜੀ ਨੇ ਅੱਗੋਂ ਫਿਰ ਬਹੁਤ ਸਾਰਾ ਲਿਟਰੇਚਰ ਜਿਹੜਾ ਸੀ ਉਹ ਵੰਡਿਆ। 2006 ਦੇ ਵਿੱਚ ਜਦੋਂ ਇਹ ਖੇਤੀ ਸ਼ੁਰੂ ਕੀਤੀ ਤੇ ਬੀਬੀ ਜੀ ਨੇ ਕਿਹਾ ਕਿ ਰਾਜਵੀਰ ਜੀ, ਇਹ ਖੇਤੀ ਦਾ ਕੰਮ ਜਿਹੜਾ ਤੁਹਾਡੇ ਜ਼ਿੰਮੇ ਆ। ਮੈਂ ਖਿੜੇ ਮੱਥੇ ਪ੍ਰਵਾਨ ਕਰਕੇ ਇਹ ਖੇਤੀ ਦਾ ਕੰਮ ਜਿਹੜਾ ਸੀ ਸ਼ੁਰੂ ਕੀਤਾ। ਇਹਦੇ ਵਿੱਚ ਅਸੀਂ ਵੱਖਰੇ ਵੱਖਰੇ ਮਾਡਲ ਜਿਹੜੇ ਲੈ ਕੇ ਆਏ ਹਾਂ ਉਹ ਤੁਹਾਡੇ ਨਾਲ ਸਾਂਝੇ ਕਰਦੇ ਹਾਂ। ਕਿ ਜਿਹੜੀ ਕਣਕ ਦੀ ਖੇਤੀ ਆ ਅਸੀਂ ਬੈੱਡਾਂ ਦੇ ਉੱਪਰ ਕਰਦੇ ਹਾਂ। ਪਹਿਲੀ ਗੱਲ ਤਾਂ ਸਾਡੇ ਕੋਲ 4-5 ਕਿਸਮ ਦੀ ਕਣਕ ਆ। ਗੋਲ ਦਾਣੇ ਵਾਲੀ ਕਣਕ ਵੀ ਆ, ਬਲੈਕ ਕਣਕ ਵੀ ਆ, ਵਡਾਨਕ ਵੀ ਆ ਔਰ ਇਹ ਜਿਹੜੀ ਕਣਕ ਅਸੀਂ ਬੀਜਾਉਂਦੇ ਹਾਂ ਜਾਂ ਬੀਜਦੇ ਹਾਂ ਇਹ ਅਸੀਂ ਬੈੱਡਾਂ ਦੇ ਉੱਪਰ ਬੀਜਦੇ ਹਾਂ। ਭਾਵ ਕਿ 50 ਬੈੱਡ ਉੱਤਰ ਦੱਖਣ 1 ਏਕੜ ਦੇ ਵਿੱਚ ਹੁੰਦੇ ਆ, ਡਾਇਰੈਕਸ਼ਨ ਜਿਹੜੀ ਉਹਦੀ। ਔਰ 400 ਲਾਈਨ ਕਣਕ ਦੀ ਹੁੰਦੀ ਆ। 42-41 ਇੰਚ ਦੇ ਕਰੀਬ ਇਹ ਬੈੱਡ ਹੁੰਦਾ ਆ। ਔਰ ਮੈਨੂੰ ਦੱਸ ਕੇ ਖੁਸ਼ੀ ਹੋਏਗੀ ਕਿ ਇਹ ਪਹਿਲੀ ਸੀਡ ਡਰਿਲ ਅਸੀਂ ਜਿਹੜੀ ਇੱਥੇ ਬਣਾਈ ਸੀਗੀ ਜੰਡਿਆਲੇ, ਸਾਡੇ ਵਰਕਸ਼ਾਪ ਵਾਲੇ ਵੀਰ ਆ ਸਰਦਾਰ ਰੂੜ ਸਿੰਘ ਜੀ ਸਵਰਗਵਾਸੀ, ਉਹਨਾਂ ਦੇ ਨਾਲ ਡਿਸਕਸ ਕਰਕੇ ਮਸ਼ੀਨ ਬਣਾਉਂਦਿਆਂ ਸਾਨੂੰ 6 ਮਹੀਨੇ ਲੱਗੇ ਸੀ। ਔਰ ਕਣਕ ਨਹੀਂ, ਅਸੀਂ ਤੋਰੀਏ ਤੋਂ ਲੱਗ ਕੇ ਔਰ ਮੱਕੀ ਦੀ ਜਿਹੜੀ ਮਲਟੀਪਰਪਜ਼ ਸੀਡ ਡਰਿਲ ਆ ਉਹ ਤਿਆਰ ਕੀਤੀ। ਔਰ ਇਹ ਕਣਕ ਦੀ ਫਸਲ ਏਡੀ ਭਰਪੂਰ ਫਸਲ ਹੁੰਦੀ ਆ ਔਰ ਪਾਣੀ ਅਸੀਂ ਖਾਲੀ ਦੇ ਵਿੱਚ ਦਿੰਦੇ ਹਾਂ ਥੱਲੇ। ਇਹ ਜਿਹੜੀ ਕਣਕ ਆ ਜਦੋਂ ਅਸੀਂ ਤੀਜਾ ਪਾਣੀ ਦਿੰਦੇ ਹਾਂ ਅਸੀਂ ਇੱਕ ਲਾਈਨ ਛੱਡ ਕੇ ਖਾਲੀ, ਫਿਰ ਦੂਸਰੀ ਖਾਲੀ 'ਚ ਪਾਣੀ ਦਿੰਦੇ ਹਾਂ। ਔਰ ਕਿਉਂਕਿ ਕਣਕ ਦੇ ਰੂਟ ਜਿਹੜੇ ਆ ਕਾਫੀ ਮੀਟਰ ਤੱਕ ਲੰਮੇ ਜਿਹੜੇ ਚਲੇ ਜਾਂਦੇ ਆ ਔਰ ਰੂਟ ਨੂੰ ਪਾਣੀ ਦੀ ਲੋੜ ਆ, ਨਮੀ ਦੀ ਲੋੜ ਆ। ਸੁਭਾਸ਼ ਪਾਲਕਰ ਜੀ ਕਹਿੰਦੇ ਸੀ ਕਿ ਪਾਣੀ ਖੇਤੀ ਦਾ ਦੁਸ਼ਮਣ ਆ, ਖੇਤੀ ਨੂੰ ਨਮੀ ਚਾਹੀਦੀ ਆ। ਅਸੀਂ ਸੁਭਾਸ਼ ਪਾਲਕਰ ਜੀ ਵਿਧੀ ਨੂੰ ਅਪਣਾਉਂਦਿਆਂ ਹੋਇਆਂ ਇਸ ਪਾਸੇ ਧਿਆਨ ਦਿੱਤਾ ਔਰ ਭਗਤ ਜੀ ਦਾ ਉਹ ਉਪਦੇਸ਼ ਜਿਹੜਾ ਗੁਰੂ ਸਾਹਿਬ ਜੀ ਦੇ ਉਪਦੇਸ਼ 'ਤੇ ਭਗਤ ਜੀ ਚੱਲੇ ਕਿ ਖੇਤੀ ਨੂੰ ਪਾਣੀ ਦੀ ਲੋੜ ਨਹੀਂ, ਖੇਤੀ ਨੂੰ ਨਮੀ ਦੀ ਲੋੜ ਆ। ਪਾਣੀ ਬਚਾਉਣਾ ਹਰ ਪ੍ਰਾਣੀ ਦਾ ਫਰਜ਼ ਬਣਦਾ ਕਿ ਅਸੀਂ ਪਾਣੀ ਨੂੰ ਬਚਾਈਏ, ਕਿਉਂਕਿ ਧਰਤੀ ਦੇ ਹੇਠ 1% ਪਾਣੀ ਆ ਜਿਹੜਾ ਅਸੀਂ ਕੱਢ ਰਹੇ ਹਾਂ, 97% ਸਮੁੰਦਰਾਂ 'ਚ ਆ। 2% ਗਲੇਸ਼ੀਅਰ ਆ ਜਿਹੜੇ ਖੁਰ ਕੇ ਗਰਮੀਆਂ ਦੇ ਵਿੱਚ ਨਹਿਰਾਂ ਨਾਲਿਆਂ ਦੇ ਵਿੱਚ ਪਾਣੀ ਜਿਹੜਾ ਸਾਡਾ ਆਉਂਦਾ, ਜਿਹਦੀ ਅਸੀਂ ਖੇਤੀ ਲਈ ਵਰਤੋਂ ਕਰਦੇ ਹਾਂ। ਔਰ ਇਵੇਂ ਹੀ ਅਸੀਂ ਕਣਕ ਤੋਂ ਬਾਅਦ ਜਿਹੜਾ ਗੰਨੇ ਦੀ ਖੇਤੀ ਸੀ ਇਹ ਅਸੀਂ ਕੀਤੀ। ਜਿਹੜੀ ਗੰਨੇ ਦੀ ਖੇਤੀ ਸੀ ਉਹ ਇੱਕ ਬਿਲਕੁਲ ਸੁਣ ਕੇ ਜਿਨ੍ਹਾਂ ਵੀਰਾਂ ਨੇ ਆਣ ਕੇ ਨਹੀਂ ਦੇਖਿਆ ਉਹਨਾਂ ਨੂੰ ਹੈਰਾਨੀ ਹੋਏਗੀ ਕਿ ਗੰਨੇ ਦਾ ਬੀਜ ਅਸੀਂ 1.25 ਕੁਇੰਟਲ ਏਕੜ ਦਾ ਬੀਜਦੇ। ਇੱਕ ਅੱਖ ਜਿਹੜੀ ਆ ਉਹ ਅਸੀਂ 1.5 ਫੁੱਟ ਦੀ ਵਿੱਥ 'ਤੇ ਜਿਹੜੀ ਅਸੀਂ ਬੀਜਦੇ ਹਾਂ। 7 ਕੁਇੰਟਲ ਦੇ ਵਿੱਚੋਂ ਅਸੀਂ ਉਹ ਕੱਢਦੇ ਹਾਂ। ਅਤੇ ਜਿਹੜਾ ਡਿਪਾਰਟਮੈਂਟ ਸ਼ੂਗਰ ਕੇਨ ਗੰਨਾ ਲਵਾਉਂਦਾ ਸੀ ਉਹ 37 ਕੁਇੰਟਲ 40 ਕੁਇੰਟਲ ਗੰਨਾ ਲਾਉਂਦੇ ਸੀ। ਦੇਖੋ ਕਿੰਨਾ ਸਾਡਾ ਬੀਜ ਬਚ ਗਿਆ। ਔਰ ਏਕੜ ਦੇ ਵਿੱਚ ਸਾਡੇ ਕੋਲ 2 ਕਨਾਲ ਗੰਨਾ, 6 ਕਨਾਲ, 8 ਕਨਾਲ ਦਾ ਏਕੜ ਹੁੰਦਾ ਤੁਹਾਨੂੰ ਪਤਾ ਹੀ ਆ। ਔਰ ਜਿਹੜਾ ਅਸੀਂ ਗੰਨਾ ਬੀਜਦੇ 2 ਕਨਾਲ ਆ, 6 ਕਨਾਲ ਉਹਦੇ ਵਿੱਚ ਅੰਤਰ ਫਸਲਾਂ ਸਮੇਂ ਸਮੇਂ ਹਾੜੀ ਸੌਣੀ ਦੀਆਂ ਜਿਹੜੀਆਂ ਅਸੀਂ ਸਬਜ਼ੀਆਂ ਆ ਉਹ ਲਾਉਂਦੇ ਹਾਂ। ਔਰ 12 ਫਸਲਾਂ ਅਸੀਂ ਏਕੜ ਦੇ ਵਿੱਚੋਂ ਲੈਂਦੇ ਹਾਂ। ਤੁਹਾਨੂੰ ਸੁਣ ਕੇ ਜਿਨ੍ਹਾਂ ਨੇ ਨਹੀਂ ਵੇਖਿਆ ਆਣ ਕੇ ਬੜੀ ਹੈਰਾਨੀ ਹੋਏਗੀ। ਔਰ ਭਰਪੂਰ ਫਸਲ, ਭਰਪੂਰ ਖੇਤੀ ਜਿਹੜੀ ਆ ਸਾਡੀ ਹੁੰਦੀ ਆ। ਔਰ ਗੰਨੇ ਨੂੰ ਅਸੀਂ 4 ਫੁੱਟ ਤੋਂ ਫਿਰ 7 ਫੁੱਟ ਤੋਂ ਬੰਨ੍ਹਦੇ ਹਾਂ ਔਰ ਪਾਣੀ ਵੀ ਉਹਦੇ ਨਾਲ ਬਚਦਾ ਆ। ਔਰ ਗੰਨਾ ਜਦੋਂ ਅਸੀਂ ਬਿਜਾਈ ਕਰਦੇ ਹਾਂ ਇੱਕ ਲਾਈਨ ਤੋਂ ਦੂਜੀ ਲਾਈਨ 4 ਫੁੱਟ, ਉਹਨਾਂ 2 ਲਾਈਨਾਂ ਦੇ ਵਿੱਚ ਹਰ ਸਾਲ ਅਸੀਂ ਜੰਤਰ ਬੀਜ ਦਿੰਦੇ ਹਾਂ, ਕਿਉਂਕਿ ਉਹਨੇ ਨਾਈਟ੍ਰੋਜਨ ਪੈਦਾ ਕਰਨੀ ਹੁੰਦੀ, ਉਹਨੂੰ ਵਿੱਚੇ ਹੀ ਅਸੀਂ ਕਰੱਚ ਕਰ ਦਿੰਦੇ, ਵਿੱਚੇ ਵਾਹ ਦਿੰਦੇ ਹਾਂ। ਔਰ ਜਿੰਨੀ ਨਾਈਟ੍ਰੋਜਨ ਦੀ ਲੋੜ ਗੰਨੇ ਨੂੰ ਸਾਲ 'ਚ ਪੈਂਦੀ ਆ ਉਹ ਸਾਰੀ ਜਿਹੜੀ ਆ ਜੰਤਰ, ਢਿੰਜਣ, ਢਾਂਚਾ ਜਿਹਨੂੰ ਤੁਸੀਂ ਕਹਿੰਦੇ ਹੋ ਉਹ ਪੂਰੀ ਕਰ ਦਿੰਦਾ। ਜਦੋਂ 3-3.5 ਫੁੱਟ ਹੁੰਦਾ ਅਸੀਂ ਉਹਨੂੰ ਵਿੱਚੇ ਹੀ ਸਾਡੇ ਕੋਲ ਛੋਟਾ ਪਾਵਰ ਟਿਲਰ ਹੈਗਾ ਉਹਦੇ ਨਾਲ ਕਰਸ਼ ਕਰ ਦਿੰਦੇ ਹਾਂ। ਔਰ ਕੋਈ ਸਾਨੂੰ ਤੁਸੀਂ ਗੰਨਾ ਦੇਖੋਗੇ
ਕੋਈ ਵੀ ਉਹਨੂੰ ਨਾਈਟ੍ਰੋਜਨ ਦੀ ਜਾਂ ਕਿਸੇ ਤੱਤ ਦੀ ਕੋਈ ਲੋੜ ਨਹੀਂ ਹੈਗੀ। ਇਹ ਗੰਨੇ ਦਾ ਜਿਹੜਾ ਮਾਡਲ ਸੀਗਾ, ਮੈਨੂੰ ਸ਼ੂਗਰ ਕੇਨ ਡਿਵੈਲਪਮੈਂਟ ਸੈਂਟਰ ਲਖਨਊ ਆ ਇੰਡੀਆ ਦਾ, ਤੁਸੀਂ ਜਾਣਦੇ ਹੋਗੇ, ਉੱਥੇ ਵੀ ਬੁਲਾਇਆ ਗਿਆ। ਉੱਥੇ ਹੀ ਮੈਂ ਇਸ ਵਿਧੀ ਦੀ ਗੱਲ ਕੀਤੀ, ਉਹਨਾਂ ਨੂੰ ਸਾਰੀ CD ਦਿਖਾਈ ਔਰ ਸਾਰਿਆਂ ਨੇ ਐਪਰੀਸ਼ੀਏਟ ਕੀਤਾ ਕਿ 1 ਏਕੜ ਦੇ ਵਿੱਚ 12 ਫਸਲਾਂ ਜ਼ਿਮੀਂਦਾਰ ਜਿਹੜਾ ਆ, ਛੋਟਾ ਜ਼ਿਮੀਂਦਾਰ ਆ, 2 ਏਕੜ ਵਾਲਾ ਵੀ ਜ਼ਿਮੀਂਦਾਰ ਆ, 1.5 ਏਕੜ ਵਾਲਾ ਵੀ ਜ਼ਿਮੀਂਦਾਰ ਆ, ਔਰ ਜਿਹੜੇ ਜ਼ਿਮੀਂਦਾਰ ਗੁੜ ਪੈਦਾ ਕਰਦੇ ਆ ਔਰ ਗੁੜ ਦੇ ਨਾਲ ਗੰਨੇ ਦੇ ਨਾਲ ਉਹ ਦੂਜੀਆਂ ਫਸਲਾਂ ਵੀ ਲੈਣਗੇ ਤੇ ਉਹ ਰੋਜ਼ ਮਾਰਕੀਟ ਦੇ ਵਿੱਚ ਕੁਛ ਨਾ ਕੁਛ ਸੇਲ ਕਰਕੇ ਆਉਣਗੇ, ਘਰ ਦਾ ਗੁਜ਼ਾਰਾ ਅੱਛਾ ਚੱਲੇਗਾ। ਇਵੇਂ ਅਸੀਂ ਝੋਨਾ ਜਿਹੜਾ ਸੀ ਉਹ ਬੈੱਡਾਂ ਦੇ ਉੱਤੇ ਡਰਿੱਲ ਕਰਕੇ, ਜਿਹੜੀ ਸਾਡੇ ਕੋਲ ਮਲਟੀਪਰਪਜ਼ ਸੀਡ ਡਰਿੱਲ ਆ, 6 ਤੋਂ ਅਸੀਂ 7 ਕਿਲੋ ਜਿਹੜਾ ਸੀ ਉਹ ਬੀਜ ਡਰਿੱਲ ਕੀਤਾ ਔਰ ਪਾਣੀ ਜਿਹੜੇ ਸੀ ਉਹਨੂੰ ਅਸੀਂ ਤਕਰੀਬਨ ਲਾਓ ਤੁਸੀਂ 10-11 ਪਾਣੀ ਜਿਹੜੇ ਸੀ ਅਸੀਂ ਉਹਨੂੰ ਦਿੱਤੇ ਆ ਔਰ ਉਹ ਸਾਡਾ ਜਿਹੜਾ ਝੋਨਾ ਜਿਹੜੀ 11-21 ਬਾਸਮਤੀ ਜਾਂ ਜਿਹਨੂੰ ਤੁਸੀਂ ਪਾਕਿਸਤਾਨੀ ਬਾਸਮਤੀ 386 ਕਹਿ ਦਿੰਦੇ ਹੋ, ਇਹਦੀ ਅਸੀਂ ਬਿਜਾਈ ਕਰਕੇ ਵੀ ਮਾਡਲ ਜਿਹੜਾ ਸੀ ਉਹ ਜ਼ਿਮੀਂਦਾਰਾਂ ਦੇ ਸਾਹਮਣੇ ਰੱਖਿਆ। ਇਵੇਂ ਅਸੀਂ ਜਿਹੜਾ ਪਸ਼ੂਆਂ ਦਾ ਫੂਡਰ ਆ, ਪਸ਼ੂਆਂ ਦਾ ਚਾਰਾ ਆ, ਉਹ ਅਸੀਂ 6 ਵੈਰਾਈਟੀਆਂ ਬੀਜਦੇ ਹਾਂ। ਤੁਹਾਨੂੰ ਸੁਣ ਕੇ ਬੜੀ ਹੈਰਾਨੀ ਹੋਏਗੀ, ਸਾਡੇ ਪੁਰਖੇ ਜ਼ਰੂਰ ਬੀਜਦੇ ਸੀ ਪਰ ਹੁਣ ਤੇ ਤੁਸੀਂ ਮੱਕੀ ਜਾਂ ਬਾਜਰਾ ਜਾਂ ਕੱਲੀ ਚਰੀ ਜਵਾਰ ਬੀਜਦੇ ਹੋ। ਔਰ ਇਹ ਜਿਹੜਾ ਅਸੀਂ ਚਾਰਾ ਬੀਜਦੇ ਹਾਂ, ਇਹਦੇ ਵਿੱਚ ਮੱਕੀ ਆ, ਇਹਦੇ ਵਿੱਚ ਲੋਬੀਆ, ਹਰਵਾਂ, ਕਾਉਪੀਸ ਜਿਹਨੂੰ ਤੁਸੀਂ ਕਹਿੰਦੇ ਹੋ, ਮੂੰਗੀ ਆ, ਔਰ ਇਹਦੇ ਵਿੱਚ ਸਵਾਂਕ ਆ, ਇਹਦੇ ਵਿੱਚ ਕੰਗਣੀ ਆ, ਔਰ ਇਹ ਬਾਜਰਾ 6 ਕਿਸਮ ਦਾ ਜਿਹੜਾ, ਸਵਾਂਕ ਨੂੰ ਵੀ ਫਲੀਆਂ ਆਈਆਂ ਹੋਈਆਂ ਔਰ ਬਾਜਰੇ ਨੂੰ ਵੀ ਸਿੱਟੇ ਨਿਕਲੇ ਹੋਏ ਆ, ਮੱਕੀ ਨੂੰ ਜਿਹੜਾ ਛੱਲੀਆਂ ਆ ਛੋਟੀਆਂ ਛੋਟੀਆਂ ਉਹ ਆਈਆਂ ਹੋਈਆਂ, ਪਸ਼ੂ ਖਾਂਦੇ ਆ, ਔਰ ਲੋਬੀਏ ਨੂੰ ਵੀ ਜਿਹੜੀ ਫਲੀ ਲੱਗੀ ਹੋਈ ਆ, ਮੂੰਗੀ ਨੂੰ ਫਲੀ ਲੱਗੀ ਹੋਈ। ਨਾਲ ਇਹ ਨਾਈਟ੍ਰੋਜਨ ਮੂੰਗੀ ਨੇ ਵੀ ਬਣਾਈ, ਲੋਬੀਏ ਨੇ ਵੀ ਬਣਾਈ, ਜ਼ਮੀਨ ਦੀ ਉਪਜਾਊ ਸ਼ਕਤੀ ਵੀ ਬਣੀ ਰਹੀ ਔਰ ਭਰਪੂਰ ਚਾਰਾ ਵੀ ਜਿਹੜਾ ਸੀ ਪਸ਼ੂ ਖਾਏਗਾ ਅਤੇ ਦੁੱਧ ਵਧੇਗਾ। ਸਾਨੂੰ ਹੋਰ ਕੋਈ ਵੀ ਬਾਹਰੋਂ ਫੀਡ ਦੇਣ ਦੀ, ਜਿਹਨੂੰ ਤੁਸੀਂ ਵੰਡ ਕਹਿ ਦਿੰਦੇ ਹੋ, ਦਾਣਾ ਕਹਿ ਦਿੰਦੇ ਹੋ, ਉਹ ਦੇਣ ਦੀ ਲੋੜ ਜਿਹੜੀ ਆ ਉਹ ਨਹੀਂ ਪੈਂਦੀ। ਇਹ ਇੱਕ ਨਿਵੇਕਲੀ ਵਿਧੀ ਆ। ਇਸ ਤਰ੍ਹਾਂ ਹੀ ਅਸੀਂ ਪਾਪੂਲਰ ਦਾ ਮਾਡਲ ਇੱਕ ਦਿੱਤਾ ਆ ਔਰ ਤੁਹਾਨੂੰ ਸੁਣ ਕੇ ਬੜੀ ਹੈਰਾਨੀ ਹੋਏਗੀ ਕਿ ਡਿਪਾਰਟਮੈਂਟ ਹਾਰਟੀਕਲਚਰ ਜਿਹੜਾ ਉਹ 215 ਤੋਂ 220 ਬੂਟੇ ਲਵਾਉਂਦੇ ਆ। ਅਸੀਂ ਇਹ ਜਿਹੜੇ ਬੂਟੇ ਆ ਇਹ 80 ਲਾਉਂਦੇ ਆ। ਈਸਟ ਵੈਸਟ, ਪੂਰਬ ਪੱਛਮ, ਇਹ ਅਸੀਂ 28 ਫੁੱਟ 'ਤੇ ਲਾਇਆ ਔਰ ਨਾਰਥ ਸਾਊਥ 20 ਫੁੱਟ 'ਤੇ ਲਾਇਆ। 1 ਏਕੜ ਦੇ ਵਿੱਚ 80 ਬੂਟੇ ਬਣਦੇ ਆ ਔਰ ਉਹਨਾਂ ਬੂਟਿਆਂ ਦੇ ਦੁਆਲੇ ਅਸੀਂ ਗੰਨਾ ਵੀ ਪੈਦਾ ਕੀਤਾ ਔਰ ਉਹਨਾਂ ਦੇ ਵਿੱਚ ਅਸੀਂ ਪਸ਼ੂਆਂ ਦਾ ਚਾਰਾ ਜਿਹੜਾ ਆ ਉਹ ਸ਼ੂਗਰ ਕੇਨ ਫੋਡਰ ਨੂੰ ਆਂਦੇ ਆ। ਇਹ ਮੈਂ ਕੋਲਾਪੁਰ ਤੋਂ ਬੀਜ ਲੈ ਕੇ ਆਇਆ ਸੀ ਥੋੜ੍ਹਾ ਜਿਹਾ, ਔਰ ਇਹ ਅਸੀਂ 3 ਸਾਲ ਲਗਾਤਾਰ 18 ਵਾਰ ਦੀ ਕਟਾਈ ਕਰਨੀ ਆ। ਉਹ ਤੁਹਾਡੇ ਸਾਹਮਣੇ ਇੱਥੇ ਤੁਸੀਂ ਜਦੋਂ ਮਰਜ਼ੀ ਆਣ ਕੇ ਦੇਖ ਸਕਦੇ ਹੋ। ਬਹੁਤ ਸਾਰੇ ਕਿਸਾਨ ਵੀਰਾਂ ਨੂੰ ਅਸੀਂ ਵੰਡਿਆ ਵੀ ਆ ਕਿ ਤੁਸੀਂ ਵੀ ਲਾਓ। ਅਤੇ ਇਹ ਮਤਲਬ ਅਸੀਂ ਪਾਪੂਲਰ ਦੇ ਵਿੱਚ ਅੰਤਰ ਫਸਲਾਂ, ਔਰ ਤੁਹਾਨੂੰ ਸੁਣ ਕੇ ਹੈਰਾਨੀ ਹੋਏਗੀ ਕਿ 3 ਸਾਲੀ ਉਹ ਪਾਪੂਲਰ ਤਿਆਰ ਹੋ ਜਾਂਦੇ ਆ। ਜਿਹੜੇ ਤੁਸੀਂ 212 ਤੋਂ 15 ਪਾਪੂਲਰ ਲਾਉਂਦੇ ਹੋ ਉਹ 6 ਤੋਂ 7 ਸਾਲ ਬਾਅਦ ਤਿਆਰ ਹੁੰਦੇ ਆ ਔਰ ਸਾਡਾ ਟਾਈਮ ਅੱਧਾ ਫਸਲਾਂ ਵਿੱਚ ਪੂਰੀਆਂ ਲਈਆਂ ਔਰ ਕਿਸਾਨ ਨੂੰ ਸਮੇਂ-ਸਮੇਂ 6 ਸਾਲ ਵੇਟ ਕਰਨ ਦੀ ਲੋੜ ਨਹੀਂ ਪਈ। ਕੁਛ ਨਾ ਕੁਛ ਉਹਦੀ ਜੇਬ ਦੇ ਵਿੱਚ ਫਸਲ ਲੈ ਕੇ ਪੈਸਾ ਆਉਂਦਾ ਰਹੇਗਾ, ਘਰ ਦਾ ਗੁਜ਼ਾਰਾ ਜਿਹੜਾ ਉਹ ਚੱਲਦਾ ਰਹੇਗਾ। ਅਸੀਂ ਜਦੋਂ ਪਾਪੂਲਰ 3 ਸਾਲ ਦੇ ਹੋ ਜਾਂਦੇ ਤੇ 80 ਬੂਟੇ ਜਿਹੜੇ ਉਹਦੇ ਵਿੱਚ ਹੋਰ ਲਾ ਦਿੰਦੇ ਆ, ਸੈਂਟਰ ਕੱਢ ਕੇ ਉਹਨਾਂ ਦਾ, ਔਰ ਅਗਲੇ ਸਾਲ ਜਦੋਂ ਬੂਟੇ 4 ਸਾਲ ਦੇ ਹੋ ਗਏ, ਜਿਹੜੇ ਨਵੇਂ ਲਾਏ ਆ ਉਹ 1 ਸਾਲ ਦੇ ਹੋ ਗਏ, ਭਾਵ ਟਨਿਓਰ 3 ਸਾਲ। ਜਿਹੜਾ ਬੂਟਾ ਪਾਪੂਲਰ ਦਾ ਉਹਦੀ ਉਮਰ 4 ਸਾਲ। ਇਹ ਵੀ ਇੱਕ ਨਵੀਂ ਵਿਧੀ ਸਾਡੇ ਕੋਲ ਹੈਗੀ ਆ। ਜ਼ਿਮੀਂਦਾਰ ਆਣ ਕੇ ਵੇਖ ਕੇ ਜਾਂਦੇ, ਕਿਉਂਕਿ ਕਪੂਰਥਲੇ ਦੇ ਕੁਛ ਹਿੱਸੇ ਦੇ ਵਿੱਚ, ਜ਼ਿਆਦਾ ਹੁਸ਼ਿਆਰਪੁਰ ਡਿਸਟ੍ਰਿਕਟ ਦੇ ਵਿੱਚ ਇਹ ਜਿਹੜਾ ਪਾਪੂਲਰ ਦਾ ਕੰਮ ਆ ਹੁੰਦਾ ਆ। ਤੁਸੀਂ ਸਾਰੇ ਜਾਣਦੇ ਹੋ ਵੀ ਪਲਾਈ ਬਣਦੀ, ਮਾਚਿਸ ਦੀ ਤੀਲੀ ਬਣਦੀ ਆ, ਮਾਰਤੀ, ਬਹੁਤ ਸਾਰਾ ਸਮਾਨ ਇਹਦੇ ਤੋਂ ਜਿਹੜਾ ਆ ਉਹ ਤਿਆਰ ਹੁੰਦਾ ਆ। ਔਰ ਇਹ ਵੀ ਅਸਾਂ ਇੱਕ ਮਾਡਲ ਤੁਹਾਨੂੰ ਦਿੱਤਾ। ਇਵੇਂ ਸਬਜ਼ੀਆਂ ਜਿਹੜੀਆਂ ਅਸੀਂ ਹਰ ਸਬਜ਼ੀ ਬੈੱਡ ਦੇ ਉੱਤੇ ਪੈਦਾ ਕਰਦੇ ਹਾਂ ਕਿਉਂਕਿ ਨਵੀਂ ਮੰਗਦੀ ਆ। ਜਿਵੇਂ ਮੈਂ ਐਗਜ਼ਾਮਪਲ ਦਾਂਗਾ ਕਿ ਹਲਦੀ ਜਿਹੜੀ ਆ, ਤੁਸੀਂ ਆਣ ਕੇ ਦੇਖੋਗੇ ਅਜਿਹੀ ਹਲਦੀ ਤੁਹਾਨੂੰ ਦੇਖਣ ਨੂੰ ਨਹੀਂ ਮਿਲੇਗੀ। ਹਲਦੀ ਜਦੋਂ ਅਸੀਂ ਬੀਜਦੇ ਹਾਂ ਅਸੀਂ ਉਹਦੇ ਵਿੱਚ ਮਲਚਿੰਗ ਕਰਦੇ ਹਾਂ। ਮਲਚਿੰਗ ਕਾਹਦੀ? ਸਟਰਾ, ਫਸਲਾਂ ਦੀ ਵੇਸਟੇਜ, ਮਤਲਬ ਸਬਜ਼ੀਆਂ ਦੀ ਵੇਸਟੇਜ ਵੀ ਚੱਲੇਗੀ, ਗੰਨੇ ਦੀ ਵੇਸਟੇਜ ਵੀ ਚੱਲੇਗੀ ਔਰ ਕਣਕ ਦਾ ਨਾੜ ਵੀ ਚੱਲੇਗਾ, ਪਰਾਲੀ ਗੰਨੇ ਦੀ ਜਿਹੜੀ ਔਰ ਝੋਨੇ ਦੀ ਪਰਾਲੀ ਉਹ ਵੀ ਚੱਲੇਗੀ। ਔਰ ਇਹ ਜਦੋਂ ਅਸੀਂ ਪਾ ਦਿੰਦੇ ਹਾਂ ਇਹਦੇ ਵਿੱਚ ਦੀ ਲਸਣ, ਗਾਰਲਿਕ ਜਿਹੜਾ ਬੀਜਦੇ ਉਹ ਵੀ ਨਿਕਲ ਆਉਂਦਾ ਆ, ਜਿਹੜੀ ਹਲਦੀ ਲਾਈ ਉਹ ਵੀ ਨਿਕਲ ਆਏਗੀ। ਔਰ ਇਹਦੇ 4 ਫਾਇਦੇ ਹੋ ਗਏ। ਇੱਕ ਤਾਂ ਤੁਹਾਨੂੰ ਪਾਣੀ ਘੱਟ ਦੇਣਾ ਪਏਗਾ, ਦੂਸਰਾ ਇਹਦੇ 'ਚ ਖਰਪਤਵਾਰ ਘੱਟ ਆਏਗਾ, ਤੀਸਰਾ ਜਿਹੜੇ ਮਿੱਤਰ ਕੀਟ ਜਿਨ੍ਹਾਂ ਦੀ ਗਿਣਤੀ 85% ਆ, 15% ਸਾਡੇ ਦੁਸ਼ਮਣ ਆ, 85 ਸਾਡੇ ਮਿੱਤਰ ਆ ਜਿਹੜੇ ਦਿਨ ਰਾਤ ਸਾਡੇ ਲਈ ਕੰਮ ਕਰਦੇ, ਧਰਤੀ ਨੂੰ ਪੋਲੀ ਕਰਦੇ ਆ ਔਰ ਉਹਦੇ ਵਿੱਚ ਊਰਜਾ ਜਾਂਦੀ ਆ, ਨਾਈਟ੍ਰੋਜਨ ਜਾਂਦੀ, ਬਹੁਤ ਸਾਰੇ ਖੁਰਾਕੀ ਤੱਤ ਜਿਹੜੇ ਆ ਜਿਵੇਂ ਕੇਚੂਆ, ਗੰਡੋਆ ਆ, ਉਹ
ਸਾਡੇ ਲਈ ਦਿਨ ਰਾਤ ਕੰਮ ਕਰਦਾ ਆ। ਔਰ ਇਹ ਅਸੀਂ ਜਿਹੜੀ ਹਲਦੀ ਆ ਇਹ ਉੱਤਰ ਦੱਖਣ ਦੇ ਬੈੱਡ ਬਣਾ ਕੇ ਪਾਪੂਲਰਾਂ ਦੇ ਵਿੱਚ ਅਸੀਂ ਹਲਦੀ ਵੀ ਪੈਦਾ ਕਰਦੇ ਹਾਂ। ਹਲਦੀ 11 ਮਹੀਨੇ ਦੀ ਫਸਲ ਆ ਔਰ ਇਹ ਬੜਾ ਇੱਕ ਕਾਮਯਾਬ ਸਾਡਾ ਜਿਹੜਾ ਸਿਸਟਮ ਆ ਇਹ ਹੋਇਆ। ਔਰ ਇਹ ਸਾਨੂੰ ਸਾਰਿਆਂ ਨੂੰ ਆਣ ਕੇ ਇੱਥੇ ਦੇਖਣਾ ਚਾਹੀਦਾ। ਦੇਖ ਕੇ ਅਸੀਂ ਇਹ ਸੋਚੀਏ ਕਿ ਪਿੰਗਲਵਾੜਾ ਫਾਰਮ ਵਿਖੇ ਬੀਬੀ ਜੀ ਦੇ ਉਪਰਾਲੇ ਦੇ ਨਾਲ ਭਗਤ ਪੂਰਨ ਸਿੰਘ ਦੇ ਦਿਸ਼ਾ ਨਿਰਦੇਸ਼ਾਂ 'ਤੇ ਚੱਲਦਿਆਂ ਹੋਇਆਂ ਇਹ ਜਿਹੜੀਆਂ ਨਵੀਆਂ ਪਲਾਂਘਾਂ ਪੁੱਟੀਆਂ ਗਈਆਂ ਖੇਤੀ ਸੰਬੰਧੀ, ਤੁਸੀਂ ਸਬਜ਼ੀਆਂ ਲੈ ਲਓ, ਤੁਸੀਂ ਆਪਣਾ ਪਾਪੂਲਰ ਲੈ ਲਓ, ਤੁਸੀਂ ਕਣਕ ਦੀ ਖੇਤੀ ਲੈ ਲਓ, ਤੁਸੀਂ ਗੰਨੇ ਦੀ ਖੇਤੀ ਲੈ ਲਓ। ਔਰ ਜੇ ਪਿੰਗਲਵਾੜਾ ਫਾਰਮ ਦੇ ਵਿੱਚ ਇਸ ਤਰੀਕੇ ਦੇ ਨਾਲ ਸ਼ੁੱਧ ਖੁਰਾਕ ਸਾਨੂੰ ਮਿਲ ਸਕਦੀ ਆ ਔਰ ਤੁਸੀਂ ਕਿਉਂ ਨਹੀਂ ਇਹ ਕਰ ਸਕਦੇ। ਮੇਰੀ ਸਾਰੇ ਵੀਰਾਂ ਨੂੰ ਬੇਨਤੀ ਆ ਹੱਥ ਜੋੜ ਕੇ ਕਿ ਤੁਸੀਂ ਜੇ ਪਿੰਗਲਵਾੜਾ ਫਾਰਮ ਨਹੀਂ ਵੇਖਿਆ, ਪਿੰਗਲਵਾੜਾ ਫਾਰਮ ਨੂੰ ਆਣ ਕੇ ਦੇਖੋ। ਦੇਖ ਕੇ ਅਸੀਂ ਬਹੁਤ ਸਾਰਾ ਬੀਬੀ ਜੀ ਨੇ ਲਿਟਰੇਚਰ ਛਪਾਇਆ, ਕੁਦਰਤੀ ਖੇਤੀ ਕਿਵੇਂ ਕਰੀਏ, ਇਹ ਜਿਹੜੀਆਂ ਕਿਤਾਬਾਂ ਨੇ ਇਹ ਤੁਸੀਂ ਲਿਜਾਓ। ਜਿੱਥੇ ਵੀ ਲਿਟਰੇਚਰ ਸਟਾਲ ਗੁਰਦੁਆਰਾ ਸਾਹਿਬ ਦੇ ਬਾਰ-ਬਾਰ ਪਿੰਗਲਵਾੜੇ ਦਾ ਹੈਗਾ ਉੱਥੇ ਤੁਹਾਨੂੰ ਇਹ ਕਿਤਾਬਾਂ ਜਿਹੜੀਆਂ ਆ ਉਹ ਮਿਲ ਜਾਣਗੀਆਂ। ਇਹਦੇ 'ਤੇ ਟੈਲੀਫੋਨ ਨੰਬਰ ਲਿਖੇ ਹੋਏ ਆ, ਤੁਸੀਂ ਕੋਈ ਵੀ ਸਾਨੂੰ ਸਵਾਲ ਜਿਹੜਾ ਖੇਤੀ ਸੰਬੰਧੀ ਜਾਂ ਟੈਕਨੀਕ ਉਹਦੀ ਪੁੱਛ ਸਕਦੇ ਹੋ, ਆਣ ਕੇ ਦੇਖ ਸਕਦੇ ਹੋ। ਸਾਡੀ ਸਮੂਹ ਸੰਗਤਾਂ ਨੂੰ ਬੇਨਤੀ ਆ ਕਿ ਸ਼ੁੱਧ ਖੁਰਾਕ ਸਾਨੂੰ ਜਿਹੜੀ ਆ ਉਹ ਮਿਲਣੀ ਚਾਹੀਦੀ ਆ। ਸਾਡੇ ਵਾਲੀਆਂ ਆਉਣ ਵਾਲੀਆਂ ਪੀੜ੍ਹੀਆਂ ਜਿਹੜੀਆਂ ਸਾਡੇ ਬੱਚੇ ਆ ਉਹਨਾਂ ਨੂੰ ਅਸੀਂ ਕਿਹੋ ਜਿਹੀ ਖੁਰਾਕ ਦੇ ਰਹੇ ਹਾਂ। ਸਵੇਰੇ ਅਸੀਂ ਮੂੰਗੀ ਨੂੰ ਸਪਰੇਅ ਕਰਕੇ ਤੇ ਅਗਲੇ ਦਿਨ ਅਸੀਂ ਉਹਦੀ ਕਟਾਈ ਕਰਕੇ ਮੰਡੀਕਰਨ ਕਰ ਦਿੰਦੇ ਹਾਂ। ਇਹ ਬਿਲਕੁਲ ਠੀਕ ਨਹੀਂ। ਖੰਡ ਸਾਡੀ ਖਾਣ ਵਾਲੀ ਨਹੀਂ, ਸਾਡੇ ਤੇ ਖਾਣ ਵਾਲਾ ਸੀ ਗੁੜ, ਔਰ ਗੁੜ ਅਸੀਂ ਬਣਾਉਣੋਂ ਹਟ ਗਏ। ਔਰ ਇਹ ਮੇਰੀ ਬੇਨਤੀ ਆ ਕਿ ਹਰ ਘਰ ਦੀ ਨੀਡ, ਹਰ ਘਰ ਦੀ ਜ਼ਰੂਰਤ ਜਿਹੜੀ ਆ, ਘਰ ਦੀ ਸਬਜ਼ੀ, ਘਰ ਦਾ ਗੁੜ ਔਰ ਘਰ ਦਾ ਵਧੀਆ ਮਿਕਸ ਆਟਾ ਉਹ ਸਾਡੀ ਖੁਰਾਕ ਆ। ਔਰ ਸਾਡੇ ਦੇਖੋ ਗੱਡੀ ਦੇ ਵਿੱਚ ਤੁਸੀਂ ਡੀਜ਼ਲ ਕਿਸ ਤਰ੍ਹਾਂ ਦਾ ਪਾਇਆ, ਪੈਟਰੋਲ ਕਿੱਦਾਂ ਦਾ ਪਾਇਆ, ਔਰ ਉਹਨੇ ਫਿਰ ਉਸ ਹਿਸਾਬ ਨਾਲ ਹੀ ਵਰਕ ਕਰਨਾ। ਔਰ ਜੇ ਸਾਡੇ ਅੰਦਰ ਖੁਰਾਕ ਜਿਹੜੀ ਆ ਉਹ ਠੀਕ ਨਹੀਂ ਜਾਏਗੀ, ਸਾਨੂੰ ਤਰ੍ਹਾਂ ਤਰ੍ਹਾਂ ਦੀਆਂ ਬਿਮਾਰੀਆਂ ਜਿਹੜੀਆਂ ਆ ਉਹ ਆਉਣਗੀਆਂ। ਸਾਡਾ ਸਰੀਰ ਜਿਹੜਾ ਸਵਸਥ ਨਹੀਂ ਰਹੇਗਾ। ਔਰ ਪਿੰਗਲਵਾੜਾ ਪਰਿਵਾਰ ਵੱਲੋਂ ਤੁਹਾਨੂੰ ਸਾਰਿਆਂ ਨੂੰ ਫਿਰ ਅਖੀਰ ਦੇ ਵਿੱਚ ਬੇਨਤੀ ਆ ਕਿ ਤੁਸੀਂ ਇਸ ਫਾਰਮ 'ਤੇ ਆਓ। ਅਸੀਂ ਤੁਹਾਨੂੰ ਬੀਜ ਵੀ ਥੋੜ੍ਹਾ ਥੋੜ੍ਹਾ ਜ਼ਰੂਰ ਦਿਆਂਗੇ, ਭਾਵੇਂ 1 ਕਿਲੋ ਹੀ ਬੀਜ ਦਿਓ। 1 ਕਿਲੋ ਤੋਂ ਅਗਲੇ ਸਾਲ ਤੁਸੀਂ 2 ਏਕੜ ਦਾ ਬੀਜ ਜਿਹੜਾ ਬਣਾ ਸਕਦੇ ਹੋ। ਔਰ ਪਿੰਗਲਵਾੜੇ ਨੇ ਫ੍ਰੀ ਸੇਵਾ ਦੇ ਵਿੱਚ, ਕਿਉਂਕਿ ਪਿੰਗਲਵਾੜਾ ਸਾਰਿਆਂ ਦੀ ਅਮਾਨਤ ਆ, ਭਗਤ ਜੀ ਦਾ ਲਾਇਆ ਬੂਟਾ ਆ, ਬੀਬੀ ਜੀ ਨੂੰ ਬੂਟੇ ਨੂੰ ਪਾਰ ਰਹੇ ਆ ਤੁਹਾਡੇ ਸੰਗਤਾਂ ਦੇ ਸਹਿਯੋਗ ਦੇ ਨਾਲ। ਔਰ ਤੁਸੀਂ ਆਣ ਕੇ ਇੱਥੋਂ ਇਹ ਖੇਤੀ ਸੰਬੰਧੀ ਜ਼ਰੂਰ, ਇਹ ਇੱਕ ਸਿਖਲਾਈ ਸੈਂਟਰ ਵੀ ਆ, ਰਿਸਰਚ ਫਾਰਮ ਵੀ ਆ, ਤੁਸੀਂ ਆਣ ਕੇ ਤੇ ਸਮੇਂ-ਸਮੇਂ ਜ਼ਰੂਰ ਦੇਖੋ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।